ਹੈਲੋ एवरीवन ਮੋਸਟ ਵੈਲਕਮ ਟੂ ਯੋਰ ਓਨ ਚੈਨਲ ਰਾਈਟ ਔਨ। ਤਾਂ ਜੇ ਤੁਸੀਂ ਵੀ ਤਿਆਰੀ ਕਰ ਰਹੇ ਹੋ ਪੀਐਸ ਟੈਟ ਦੇ ਲਈ ਜਾਂ ਸੀ ਟੈਟ ਦੇ ਲਈ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ, ਬਹੁਤ ਜ਼ਿਆਦਾ ਹੈਲਪਫੁਲ ਹੋਏਗਾ ਤੁਹਾਡੇ ਲਈ। ਤਾਂ ਹਾਂਜੀ ਬਿਲਕੁਲ, ਫਿਰ ਕਰੀਏ ਕੰਟੀਨਿਊ ਅੱਜ ਦੇ ਟੌਪਿਕ ਨੂੰ। ਅੱਜ ਆਪਾਂ ਨਵਾਂ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ, ਰਿਮੈਡੀਅਲ ਟੀਚਿੰਗ, ਜੋ ਕਿ ਦਾ ਹੈ ਇੰਗਲਿਸ਼ ਪੈਡਾਗੋਜੀ, ਜੋ ਕਿ ਆਪਾਂ ਸਟਾਰਟ ਕੀਤੀ ਹੋਈ ਹੈ। ਇੰਗਲਿਸ਼ ਪੈਡਾਗੋਜੀ ਇੱਕ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਜਿਹਦੇ ਵਿੱਚ ਰਿਮੈਡੀਅਲ ਟੀਚਿੰਗ ਇੱਕ ਇੰਪੋਰਟੈਂਟ ਜਗ੍ਹਾ ਰੱਖਦਾ ਹੈ। ਰਿਮੈਡੀਅਲ ਟੀਚਿੰਗ ਅਗਰ ਗੱਲ ਕੀਤੀ ਕਰੀਏ, ਅੱਜ ਆਪਾਂ ਡਿਸਕਸ ਕਰਾਂਗੇ ਕਿ ਰਿਮੈਡੀਅਲ ਟੀਚਿੰਗ ਹੈ ਕੀ, ਇਸ ਦੇ ਏਮ ਕੀ ਨੇ, ਇਸ ਦੀ ਜ਼ਰੂਰਤ ਕਿਉਂ ਪੈਂਦੀ ਹੈ। ਠੀਕ ਹੈ, ਥੋੜ੍ਹੇ ਬਹੁਤ ਸਟੈਪਸ ਆਪਾਂ ਦੇਖਾਂਗੇ। ਤਾਂ ਅਗਰ ਆਪਾਂ ਗੱਲ ਕਰੀਏ 2 ਵੀਡੀਓ ਦੇ ਵਿੱਚ ਇਹ ਟੌਪਿਕ ਜੋ ਹੈ ਉਹ ਕੰਪਲੀਟ ਹੋ ਜਾਏਗਾ। ਇੰਪੋਰਟੈਂਟ ਹੈ, ਸਕਿਪ ਨਹੀਂ ਕਰਨਾ। ਰਿਮੈਡੀਅਲ ਟੀਚਿੰਗ ਬਾਰੇ ਕੋਈ ਵੀ ਡਾਊਟ ਤੁਹਾਨੂੰ ਲੱਗਿਆ, ਕੋਈ ਵੀ ਤੁਹਾਨੂੰ ਇੱਦਾਂ ਲੱਗਿਆ ਕਿ ਹਾਂਜੀ ਸਾਨੂੰ ਇਹ ਟੌਪਿਕ ਜੋ ਪੁਆਇੰਟ ਕਲੀਅਰ ਨਹੀਂ ਹੋਇਆ, ਕਮੈਂਟ ਸੈਕਸ਼ਨ ਜਾਂ ਗਰੁੱਪ ਦੇ ਵਿੱਚ ਜ਼ਰੂਰ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ। ਜੋ ਗਰੁੱਪ ਹੈ ਉਹ ਟੈਲੀਗ੍ਰਾਮ ਗਰੁੱਪ, ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਮਿਲ ਜਾਏਗਾ, ਉੱਥੇ ਤੁਸੀਂ ਜੁਆਇਨ ਕਰ ਸਕਦੇ ਹੋ। ਠੀਕ ਹੈ ਜੀ। ਅਤੇ ਜੇਕਰ ਤੁਸੀਂ ਫਸਟ ਟਾਈਮ ਆਏ ਹੋ, ਟੈਟ ਦੀ ਤਿਆਰੀ ਕਰਨਾ ਚਾਹੁੰਦੇ ਹੋ, ਮਟੀਰੀਅਲ ਤੁਹਾਨੂੰ ਸਮਝ ਨਹੀਂ ਆ ਰਿਹਾ ਕਿਵੇਂ ਤਿਆਰੀ ਕਰੀਏ, ਕਿਉਂਕਿ ਇਹ ਚੈਨਲ ਸਪੈਸ਼ਲੀ ਉਹਨਾਂ ਸਟੂਡੈਂਟਸ ਲਈ ਆਪਾਂ ਗੱਲ ਕਰ ਸਕਦੇ ਹਾਂ ਬਣਾਇਆ ਗਿਆ ਜੋ ਤਿਆਰੀ ਕਰਨਾ ਚਾਹੁੰਦੇ ਨੇ ਪਰ ਸਮਝ ਨਹੀਂ ਆ ਰਿਹਾ ਕਿ ਤਿਆਰੀ ਕਿੱਦਾਂ ਕਰੀਏ, ਜਾਂ ਫਿਰ ਮਟੀਰੀਅਲ ਨਹੀਂ ਮਿਲ ਰਿਹਾ, ਤਾਂ ਉਹਨਾਂ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਊਗਾ ਇਹ ਚੈਨਲ। ਠੀਕ ਹੈ, ਇੱਕ ਵਾਰੀ ਜੁਆਇਨ ਕਰਕੇ ਦੇਖੋ, ਕਲਾਸਿਸ ਲਗਾ ਕੇ ਦੇਖੋ, ਕੋਈ ਵੀ ਡਾਊਟ ਹੈ ਕਮੈਂਟ ਸੈਕਸ਼ਨ ਦੇ ਵਿੱਚ ਜਾਂ ਫਿਰ ਗਰੁੱਪ ਦੇ ਵਿੱਚ ਤੁਸੀਂ ਡਿਸਕਸ ਕਰ ਸਕਦੇ ਹੋ। ਕਲੀਅਰ? ਅਤੇ ਕਰੀਏ ਸਟਾਰਟ। ਅੱਜ ਆਪਾਂ ਜੋ ਟੌਪਿਕ ਸਟਾਰਟ ਕਰਨਾ ਉਸਦਾ ਨਾਮ ਹੈ ਰਿਮੈਡੀਅਲ ਟੀਚਿੰਗ। ਠੀਕ ਹੈ, ਤਾਂ ਰਿਮੈਡੀਅਲ ਟੀਚਿੰਗ ਕੀ ਹੈ ਸਭ ਤੋਂ ਪਹਿਲਾਂ ਇਹ ਸਮਝਾਂਗੇ। ਠੀਕ ਹੈ, ਉਸ ਤੋਂ ਬਾਅਦ ਇਸ ਦੀ ਜ਼ਰੂਰਤ ਕਿਉਂ ਪੈਂਦੀ ਹੈ, ਇਹ ਸਭ ਕੁਛ ਆਪਾਂ ਅੱਗੇ ਸਟੱਡੀ ਕਰਾਂਗੇ। ਤਾਂ ਸਭ ਤੋਂ ਪਹਿਲਾਂ ਤਾਂ ਦੇਖੋ ਰਿਮੈਡੀਅਲ ਟੀਚਿੰਗ ਹੈ ਕੀ। ਰਿਮੈਡੀਅਲ ਨੂੰ ਆਪਾਂ ਇਹ ਵੀ ਕਹਿ ਸਕਦੇ ਕਿ ਰੀਟੀਚ ਕਰਨਾ, ਜਾਂ ਫਿਰ ਅਗਰ ਆਪਾਂ ਗੱਲ ਕਰੀਏ ਕੋਈ ਇੰਪਰੂਵਮੈਂਟ ਕਰਨਾ। ਠੀਕ ਹੈ, ਜਾਂ ਫਿਰ ਜੋ ਗਲਤੀਆਂ ਨੇ ਉਹਨਾਂ ਨੂੰ ਸਹੀ ਕਰਨਾ। ਇਹ 3 ਵਰਡਸ ਮੈਂ ਤੁਹਾਡੇ ਸਾਹਮਣੇ ਲਿਖੇ ਨੇ, ਬਟ ਇਸ ਨੂੰ ਮੈਂ ਐਕਸਪਲੇਨ ਅਗਰ ਕਰਾਂ ਤਾਂ ਥੋੜ੍ਹਾ ਜਿਹਾ ਇਸ ਤਰੀਕੇ ਨਾਲ ਮੈਂ ਇਸਨੂੰ ਐਕਸਪਲੇਨ ਕਰਨਾ ਚਾਹੁੰਦੀ ਹਾਂ। ਦੇਖੋ, ਆਪਣੇ ਇੱਕ ਟੀਚਿੰਗ ਕਰਦੇ ਹਾਂ, ਆਪਾਂ ਸਾਰੇ ਹੀ ਟੀਚਰਸ ਹਾਂ ਔਰ ਆਪਾਂ ਟੀਚਿੰਗ ਕਰਦੇ ਹਾਂ। ਆਪਾਂ ਟੀਚਿੰਗ ਕਰਦੇ ਹਾਂ ਔਰ ਬੱਚਿਆਂ ਨੂੰ ਆਪਾਂ ਸਿਖਾਉਂਦੇ ਹਾਂ, ਲਰਨਿੰਗ ਕਰਵਾਉਂਦੇ ਹਾਂ। ਲਰਨਿੰਗ ਕਰਵਾਉਣ ਤੋਂ ਬਾਅਦ ਆਪਾਂ ਉਹਨਾਂ ਦਾ ਮੁਲਾਂਕਣ ਕਰਦੇ ਹਾਂ, ਇਵੈਲੂਏਸ਼ਨ ਕਰਦੇ ਹਾਂ। ਇਵੈਲੂਏਸ਼ਨ ਕਰਨ ਤੋਂ ਬਾਅਦ ਆਪਾਂ ਦੁਬਾਰਾ ਟੀਚਿੰਗ ਕਰਦੇ ਹਾਂ। ਅਗਰ ਆਪਾਂ ਨੂੰ ਇਵੈਲੂਏਸ਼ਨ ਕਰਦੇ ਹੋਏ ਇਹ ਲੱਗਦਾ ਹੈ ਕਿ ਹਾਂਜੀ ਬੱਚਿਆਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਰਹੀ ਹੈ, ਜਾਂ ਬੱਚੇ ਦਾ ਇਹ ਟੌਪਿਕ ਕਲੀਅਰ ਨਹੀਂ ਹੋਇਆ, ਜਾਂ ਕੋਈ ਪਰਟੀਕੂਲਰ ਸਟੂਡੈਂਟ ਹੈ ਜਿਸ ਨੂੰ ਇਹ ਟੌਪਿਕ ਨਹੀਂ ਕਲੀਅਰ ਹੋਇਆ, ਜਾਂ ਇਹ ਉਹ ਸਿੱਖ ਨਹੀਂ ਪਾਇਆ, ਜਿਸ ਲੈਂਗੁਏਜ ਦੇ ਵਿੱਚ ਇਸ ਤਰੀਕੇ ਨਾਲ ਉਸਦੀ ਪ੍ਰੋਨਾਊਂਸੀਏਸ਼ਨ ਜਾਂ ਗ੍ਰਾਮਰ 'ਚ ਕੋਈ ਵੀ ਵੀਕ ਪੁਆਇੰਟ ਹੈ, ਆਪਾਂ ਨੂੰ ਉਸਨੂੰ ਦੂਰ ਕਰਨਾ ਚਾਹੀਦਾ ਹੈ। ਔਰ ਉਸਨੂੰ ਦੂਰ ਕਰਨ ਲਈ ਜੋ ਆਪਾਂ ਇੱਕ ਤਰੀਕੇ ਨਾਲ ਰਿਪੀਟ ਕਰਦੇ ਹਾਂ ਉਹ ਚੀਜ਼ਾਂ, ਜੋ ਦੁਬਾਰਾ ਸਿਖਾਉਂਦੇ ਹਾਂ। ਦੇਖੋ ਫੋਰ ਐਗਜ਼ਾਮਪਲ, ਤੁਸੀਂ ਇੱਕ ਮੈਥਡ ਯੂਜ਼ ਕੀਤਾ ਟੀਚਿੰਗ ਕਰਵਾਉਣ ਲਈ, ਲਰਨਿੰਗ ਕਰਵਾਉਣ ਲਈ। ਉਸ ਮੈਥਡ ਤੋਂ ਬਾਅਦ ਤੁਸੀਂ ਇਵੈਲੂਏਸ਼ਨ ਕੀਤਾ, ਬੱਚਿਆਂ ਦਾ ਮੁਲਾਂਕਣ ਕੀਤਾ ਕਿ ਬੱਚੇ ਨੇ ਕਿੰਨਾ ਕੁ ਸਿੱਖਿਆ ਹੈ। ਤੁਸੀਂ ਇਹ ਚੀਜ਼ ਨੋਟਿਸ ਕੀਤੀ ਕਿ ਬਹੁਤ ਸਾਰੇ ਬੱਚੇ ਨੇ ਜੋ ਕਵਰ ਕਰ ਗਏ, ਬਟ 3 ਤੋਂ 4 ਇੱਦਾਂ ਦੇ ਸਟੂਡੈਂਟਸ ਨੇ ਜੋ ਸ਼ਾਇਦ ਕਿਤੇ ਡਿਫਰੈਂਟ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਗ੍ਰਾਮਰ ਜਾਂ ਪ੍ਰੋਨਾਊਂਸੀਏਸ਼ਨ, ਇੱਦਾਂ ਦੇ ਡਿਫਰੈਂਟ ਜੋ ਸਬ ਟੌਪਿਕਸ ਨੇ ਉਹਨਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਵੀਕਨੈਸ ਨਜ਼ਰ ਆ ਰਹੀ ਹੈ। ਠੀਕ ਹੈ, ਤਾਂ ਤੁਸੀਂ ਕੀ ਕਰੋਗੇ, ਕਿਸੇ ਹੋਰ ਮੈਥਡ ਨੂੰ ਯੂਜ਼ ਕਰਕੇ ਉਹਨਾਂ ਦੀ ਰਿਮੈਡੀਅਲ ਟੀਚਿੰਗ ਕਰੋਗੇ। ਰਿਮੈਡੀਅਲ ਟੀਚਿੰਗ ਮੀਨ ਟੂ ਸੇ ਤੁਸੀਂ ਕੋਈ ਹੋਰ ਮੈਥਡ ਕਿਉਂ ਯੂਜ਼ ਕਰੋਗੇ, ਕਿਉਂਕਿ ਜੋ ਤੁਸੀਂ ਮੈਥਡ ਯੂਜ਼ ਕੀਤਾ ਸੀ ਉਹ ਬਾਕੀ ਸਾਰਿਆਂ ਲਈ ਤਾਂ ਬਹੁਤ ਯੂਜ਼ਫੁਲ ਸੀ, ਬਟ ਕਿਤੇ ਨਾ ਕਿਤੇ ਸ਼ਾਇਦ ਉਹਨਾਂ ਸਟੂਡੈਂਟਸ ਨੂੰ ਇਸ ਮੈਥਡ ਨਾਲ ਅੱਛੇ ਤਰੀਕੇ ਨਾਲ ਕਲੀਅਰ ਨਹੀਂ ਹੋ ਪਾਇਆ। ਤਾਂ ਤੁਸੀਂ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਜੋ ਮੈਥਡ ਆ ਉਹ ਯੂਜ਼ ਕਰੋਗੇ ਔਰ ਉਸਨੂੰ ਉਹਨਾਂ ਨੂੰ ਐਕਸਪਲੇਨ ਕਰਨ ਦੇ, ਉਹਨਾਂ ਨੂੰ ਸਮਝਾਉਣ ਦੇ, ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰੋਗੇ। ਔਰ ਇਸ ਟੀਚਿੰਗ ਨੂੰ ਆਪਾਂ ਕੀ ਬੋਲਦੇ ਹਾਂ, ਰਿਮੈਡੀਅਲ ਟੀਚਿੰਗ ਬੋਲਦੇ ਹਾਂ। ਮਤਲਬ ਦੁਬਾਰਾ ਟੀਚ ਕਰਨਾ, ਜੋ ਗਲਤੀਆਂ ਨੇ ਉਹਨਾਂ ਨੂੰ ਸਹੀ ਕਰਨਾ, ਇੰਪਰੂਵ ਕਰਨਾ। ਠੀਕ ਹੈ, ਅਗਰ ਆਪਾਂ ਗੱਲ ਕਰੀਏ ਰੀਟੀਚ ਕਰਨਾ, ਤੇ ਇਸ ਨੂੰ ਆਪਾਂ ਕੀ ਬੋਲਦੇ ਹਾਂ, ਰਿਮੈਡੀਅਲ ਟੀਚਿੰਗ ਬੋਲਦੇ ਹਾਂ। ਠੀਕ ਹੈ, ਹੁਣ ਰਿਮੈਡੀਅਲ ਟੀਚਿੰਗ ਤੇ ਇੱਕ ਡਾਇਗਨੋਸਟਿਕ, ਅਗਰ ਆਪਾਂ ਗੱਲ ਕਰੀਏ ਡਾਇਗਨੋਸ ਟੈਸਟ ਜੋ ਹੈ ਉਹ ਇੰਪੋਰਟੈਂਟ ਹੈ। ਡਾਇਗਨੋਸ ਟੈਸਟ ਕੀ ਹੁੰਦਾ, ਸਿੰਪਲ ਸ਼ਬਦਾਂ ਵਿੱਚ ਅਗਰ ਆਪਾਂ ਗੱਲ ਕਰੀਏ ਡਾਇਗਨੋਸਟਿਕ, ਕਿ ਆਪਾਂ ਇਹ ਚੈੱਕ ਕਰੀਏ ਕਿ ਬੱਚੇ ਦਾ ਵੀਕ ਪੁਆਇੰਟ ਕਿਉਂ ਹੈ। ਜੋ 3 ਤੋਂ 4 ਸਟੂਡੈਂਟ ਤੁਸੀਂ ਲੱਭੇ ਨੇ ਕਿ ਹਾਂਜੀ 3 ਤੋਂ 4 ਸਟੂਡੈਂਟ ਤੁਹਾਨੂੰ ਪਤਾ ਲੱਗੇ ਕਿ ਹਾਂਜੀ ਇਹ ਨਹੀਂ ਕਰ ਪਾਏ, ਨਹੀਂ ਸਿੱਖ ਪਾਏ, ਉਸਦਾ ਕਾਰਨ ਕੀ ਹੈ। ਉਹਨਾਂ ਦੀ ਮੈਂਟਲ ਪੂਅਰ ਐਬਿਲਿਟੀ ਹੈ, ਉਹਨਾਂ ਦਾ ਕੌਨਫੀਡੈਂਸ ਨਹੀਂ ਹੈ, ਜੋ ਕੀ ਕਾਰਨ ਹੈ ਜਿਸ ਦੇ ਕਾਰਨ ਉਹ ਸਿੱਖ ਨਹੀਂ ਪਾਏ। ਸੋ ਉਸ ਟੈਸਟ ਨੂੰ ਆਪਾਂ ਕੀ ਬੋਲਦੇ ਹਾਂ, ਡਾਇਗਨੋਸਟਿਕ ਟੈਸਟ ਬੋਲਦੇ ਹਾਂ, ਜਿਹਦੇ ਵਿੱਚ ਆਪਾਂ ਨੂੰ ਬੱਚੇ ਦੇ ਵੀਕ ਪੁਆਇੰਟ ਦਾ ਕਾਰਨ ਪਤਾ ਲੱਗਦਾ ਕਿ ਕੀ ਕਾਰਨ ਹੋ ਸਕਦਾ ਹੈ। ਠੀਕ ਹੈ, ਸੋ ਡਾਇਗਨੋਸਟਿਕ ਟੈਸਟ ਵੀ ਇੱਕ ਬਹੁਤ ਇੰਪੋਰਟੈਂਟ ਜਾਂ ਇੱਕ ਆਪਾਂ ਕਹਿ ਸਕਦੇ ਹਾਂ ਕਿ ਚੀਜ਼ ਹੈ ਜਿਹਦੇ ਬਾਰੇ ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ। ਜਦੋਂ ਆਪਾਂ ਰਿਮੈਡੀਅਲ ਟੀਚਿੰਗ ਕਰ ਰਹੇ ਹਾਂ ਔਰ ਜਦੋਂ ਆਪਾਂ ਇਵੈਲੂਏਸ਼ਨ ਕਰਦੇ ਹਾਂ, ਆਪਾਂ ਨੂੰ ਪਤਾ ਲੱਗਦਾ ਕਿ ਬੱਚੇ ਜੋ ਨਹੀਂ ਸਿੱਖ ਪਾਏ, ਤਾਂ ਉਸ ਤੋਂ ਬਾਅਦ ਆਪਾਂ ਡਾਇਗਨੋਸਟਿਕ ਟੈਸਟ ਵੀ ਕਰਨਾ ਜ਼ਰੂਰੀ ਹੈ ਕਿ ਬੱਚੇ ਕਿਉਂ ਨਹੀਂ ਸਿੱਖ ਪਾਏ, ਕੀ ਉਹਨਾਂ ਦਾ ਵੀਕ ਪੁਆਇੰਟ ਹੈ, ਜਾਂ ਕਿਸ ਕਰਕੇ ਉਹ ਨਹੀਂ ਲਰਨਿੰਗ ਕਰ ਪਾ ਰਹੇ। ਠੀਕ ਹੈ, ਫਿਰ ਉਸ ਪ੍ਰੋਬਲਮ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਕੀ ਕਰਦੇ ਹਾਂ, ਰਿਮੈਡੀਅਲ ਟੀਚਿੰਗ ਕਰਦੇ ਹਾਂ, ਦੁਬਾਰਾ ਰੀਟੀਚ ਕਰਦੇ ਹਾਂ। ਕਲੀਅਰ ਇਹ ਚੀਜ਼ ਸਮਝ ਆ ਗਿਆ ਕਿ ਰਿਮੈਡੀਅਲ ਟੀਚਿੰਗ ਕੀ ਹੈ। ਪਰ ਸਿਰਫ ਇੰਨਾ ਕੁ ਸਫੀਸ਼ੀਐਂਟ ਨਹੀਂ ਹੈ। ਜਦੋਂ ਆਪਾਂ ਇਸਦੇ ਏਮ, ਨੀਡ, ਇਹ ਸਭ ਕੁਝ ਡਿਸਕਸ ਕਰਾਂਗੇ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਕਲੀਅਰ ਹੋ ਜਾਣਾ ਹੈ ਕਿ ਰਿਮੈਡੀਅਲ ਟੀਚਿੰਗ ਕੀ ਹੁੰਦੀ ਹੈ। ਠੀਕ ਹੈ ਜੀ, ਚਲਿਏ ਫਿਰ ਅੱਗੇ। ਇਹ ਤਾਂ ਸੀ ਰਿਮੈਡੀਅਲ ਟੀਚਿੰਗ।
ਹੁਣ ਦੇਖੋ ਰਿਮੈਡੀਅਲ ਟੀਚਿੰਗ ਦੀ ਜ਼ਰੂਰਤ ਕੀ ਹੈ, ਨੀਡ ਆਫ ਫॉर ਰਿਮੈਡੀਅਲ ਟੀਚਿੰਗ, ਜ਼ਰੂਰਤ ਕੀ ਹੈ ਇਸ ਦੀ, ਕਿਉਂ ਲੋੜ ਪਈ, ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਡਾਇਗਨੋਸਟਿਕ ਟੈਸਟ ਦੇ ਵਿੱਚ ਕਿਸ ਤਰੀਕੇ ਦੀ ਆਪਾਂ ਨੂੰ ਅਬਜ਼ਰਵ ਆਪਾਂ ਕਿਸ ਤਰੀਕੇ ਨਾਲ ਕਰਦੇ ਹਾਂ ਕਿ ਕਿਸ ਤਰੀਕੇ ਦੇ ਜੋ ਬੱਚੇ ਨੇ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ। ਪੂਅਰ ਮੈਮਰੀ, ਬਹੁਤ ਸਾਰੇ ਇੱਦਾਂ ਦੇ ਸਟੂਡੈਂਟ ਹੁੰਦੇ ਨੇ ਜਿਨ੍ਹਾਂ ਦੀ ਮੈਮਰੀ ਪੂਅਰ ਹੁੰਦੀ ਹੈ, ਹਰ ਇੱਕ ਸਟੂਡੈਂਟ ਦੀ ਨਹੀਂ ਹੁੰਦੀ। ਅਗਰ ਕਲਾਸ ਦੇ ਵਿੱਚ 30 ਸਟੂਡੈਂਟ ਨੇ ਤਾਂ ਇਹਦਾ ਮਤਲਬ ਇਹ ਨਹੀਂ ਕਿ 30 ਦੇ 30 ਸਟੂਡੈਂਟ ਦੀ ਮੈਮਰੀ ਪੂਅਰ ਹੋਏਗੀ। ਇਹ ਜੋ ਚੀਜ਼ ਹੈ ਪੂਅਰ ਮੈਮਰੀ ਇੱਕ ਪ੍ਰੋਬਲਮ ਹੈ ਜੋ ਹਰ ਇੱਕ ਸਟੂਡੈਂਟ ਦੇ ਵਿੱਚ ਨਹੀਂ ਹੁੰਦੀ, ਬਟ ਆਪਾਂ ਨੂੰ ਬਹੁਤ ਸਾਰੇ ਇੱਦਾਂ ਦੇ ਸਟੂਡੈਂਟਸ ਦੇਖਣ ਨੂੰ ਆਮ ਮਿਲਦੇ ਨੇ ਜੋ ਕਿ ਯਾਦ ਨਹੀਂ ਰੱਖ ਪਾਉਂਦੇ। ਠੀਕ ਹੈ, ਤਾਂ ਉਹ ਇੱਕ ਕਾਰਨ ਹੋ ਸਕਦਾ ਜਿਹਦੇ ਕਰਕੇ ਆਪਾਂ ਨੂੰ ਦੁਬਾਰਾ ਟੀਚ ਕਰਨ ਦੀ ਜ਼ਰੂਰਤ ਪੈ ਰਹੀ ਹੈ। ਸੈਕਿੰਡ, ਅਗਰ ਆਪਾਂ ਗੱਲ ਕਰੀਏ ਈਜ਼ੀ ਡਿਸਟਰੈਕਟ ਹੋ ਜਾਂਦੇ ਆ ਬੱਚੇ। ਤੁਸੀਂ ਕੁਝ ਸਿਖਾ ਰਹੇ ਹੋ, ਬਾਹਰੋਂ ਥੋੜ੍ਹੀ ਜਿਹੀ ਆਵਾਜ਼ ਆਈ ਜਾਂ ਬੈਲ ਦੀ ਆਵਾਜ਼ ਆਈ, ਜਾਂ ਫਿਰ ਅਗਰ ਆਪਾਂ ਗੱਲ ਕਰੀਏ ਕੋਈ ਡੀਜ਼ੇ ਜਾਂ ਗਾਣਾ ਜੋ ਕੁਝ ਵੀ ਇੱਦਾਂ ਦੀ ਆਵਾਜ਼ ਆਈ ਤਾਂ ਬੱਚੇ ਡਿਸਟਰੈਕਟ ਹੋ ਗਏ, ਉਹਨਾਂ ਦਾ ਧਿਆਨ ਹਟ ਗਿਆ। ਤੁਸੀਂ ਕੀ ਸਮਝਾ ਰਹੇ ਹੋ, ਬੱਚੇ ਦਾ ਜਦੋਂ ਧਿਆਨ ਹਟਿਆ ਉਹ ਸਭ ਕੁਝ ਉਹਦਾ ਕੀ ਹੋ ਗਿਆ, ਵੈਨਿਸ਼ ਹੋ ਗਿਆ। ਉਸਨੂੰ ਹੁਣ ਸਮਝ ਨਹੀਂ ਆ ਰਿਹਾ ਕਿ ਤੁਸੀਂ ਕੀ ਬੋਲ ਰਹੇ ਹੋ, ਕਿਉਂਕਿ ਵਿੱਚ ਦੀ ਉਸਦਾ ਜੋ ਕੰਸਨਟ੍ਰੇਸ਼ਨ ਸੀ ਉਹ ਖਤਮ ਹੋ ਗਿਆ। ਸਮਝ ਰਹੇ ਹੋ ਇਸ ਚੀਜ਼ ਨੂੰ? ਤਾਂ ਈਜ਼ੀ ਬੱਚੇ ਕੀ ਹੋ ਜਾਂਦੇ, ਡਿਸਟਰੈਕਟ ਹੋ ਜਾਂਦੇ ਆ, ਜਿਸ ਦੇ ਕਰਕੇ ਉਹ ਨਹੀਂ ਸਿੱਖ ਪਾਉਂਦੇ। ਥਰਡ ਕੀ ਰੀਜ਼ਨ ਹੋ ਸਕਦਾ ਹੈ, ਪੂਅਰ ਕੰਪਰੀਹੈਂਸਿਵ ਪਾਵਰ। ਬੱਚੇ ਦੀ ਕੰਪਰੀਹੈਂਸਿਵ ਦਾ ਮਤਲਬ ਕੀ ਹੁੰਦਾ ਹੈ, ਕੰਪਰੀਹੈਂਸਿਵ ਦਾ ਮਤਲਬ ਹੁੰਦਾ ਹੈ ਸਮਝਣਾ, ਕਿ ਬੱਚੇ ਦੀ ਜੋ ਸਮਝਣ ਦੀ ਸ਼ਕਤੀ ਹੈ ਉਹ ਘੱਟ ਹੈ। ਠੀਕ ਹੈ, ਬੱਚੇ ਦੀ ਸਮਝਣ ਦੀ ਸ਼ਕਤੀ ਜੋ ਹੈ ਉਹ ਘੱਟ ਹੈ। ਅਗਰ ਬੱਚਾ ਸਹੀ ਤਰੀਕੇ ਨਾਲ ਨਹੀਂ ਸਮਝ ਪਾ ਰਿਹਾ ਤਾਂ ਮਤਲਬ ਕੀ ਹੈ, ਕਿਤੇ ਨਾ ਕਿਤੇ ਉਸਦੀ ਲਰਨਿੰਗ ਵਧੀਆ ਨਹੀਂ ਹੋ ਰਹੀ, ਔਰ ਕਿਤੇ ਨਾ ਕਿਤੇ ਇਵੈਲੂਏਸ਼ਨ 'ਚ ਆਪਾਂ ਨੂੰ ਇਹ ਪਤਾ ਲੱਗੇਗਾ ਕਿ ਹਾਂਜੀ ਬੱਚੇ ਦੀ ਜੋ ਲਰਨਿੰਗ ਹੈ ਉਹ ਨਹੀਂ ਹੋਈ, ਤਾਂ ਆਪਾਂ ਉਸਨੂੰ ਦੁਬਾਰਾ ਟੀਚ ਕਰਾਂਗੇ, ਜਿਸ ਨੂੰ ਆਪਾਂ ਰਿਮੈਡੀਅਲ ਟੀਚਿੰਗ ਬੋਲਦੇ ਹਾਂ। ਲੈਕ ਆਫ ਲਰਨਿੰਗ ਮੋਟੀਵੇਸ਼ਨ, ਬੱਚੇ ਅੰਦਰ ਮੋਟੀਵੇਸ਼ਨ ਹੀ ਨਹੀਂ ਹੈ ਕਿ ਆਪਾਂ ਪੜ੍ਹੀਏ ਕਿਉਂ। ਠੀਕ ਹੈ, ਜਦੋਂ ਆਪਾਂ ਵੀ ਛੋਟੇ ਸੀ, ਜਾਂ ਫਿਰ ਅਗਰ ਆਪਾਂ ਗੱਲ ਕਰੀਏ ਅੱਜ ਕੱਲ੍ਹ ਦੇ ਜੋ ਸਟੂਡੈਂਟਸ ਨੇ, ਤਾਂ ਇੱਕ ਚੀਜ਼ ਆਪਾਂ ਨੂੰ ਆਮ ਹਰ ਇੱਕ ਬੱਚੇ ਦੇ ਮੂੰਹ ਦੇ ਵਿੱਚ ਸੁਣਨ ਨੂੰ ਮਿਲਦੀ ਹੈ ਕਿ ਮੋਟੀਵੇਸ਼ਨ ਨਹੀਂ ਹੈ ਉਹਨਾਂ ਦੇ ਅੰਦਰ। ਮੋਟੀਵੇਸ਼ਨ ਕਿਉਂ ਨਹੀਂ ਹੈ ਕਿ ਯਾਰ ਪੜ੍ਹ ਕੇ ਕੀ ਹੋ ਜਾਏਗਾ, ਕੌਣ ਸਾ ਹੀ ਐਡਾ ਮਤਲਬ ਆਪਾਂ ਕੀ ਕਰ ਲਵਾਂਗੇ ਪੜ੍ਹ ਕੇ। ਠੀਕ ਹੈ, ਤਾਂ ਮਤਲਬ ਬੱਚੇ ਨਾ ਪੜ੍ਹਨ ਨੂੰ ਮਨ ਨਹੀਂ ਕਰਦਾ। ਮਨ ਕਿਉਂ ਨਹੀਂ ਕਰਦਾ, ਉਹਨਾਂ ਦਾ ਇੰਟਰਸਟ ਨਹੀਂ ਹੈ। ਇੰਟਰਸਟ ਕਿਉਂ ਨਹੀਂ ਹੈ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੈ। ਮੋਟੀਵੇਸ਼ਨ ਨਹੀਂ ਹੈ ਉਹਨਾਂ ਅੰਦਰ, ਜਿਹਦੇ ਕਰਕੇ ਉਹ ਅੱਛੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਸਿੱਖਦੇ ਨਹੀਂ। ਅਗਰ ਅੰਦਰ ਮੋਟੀਵੇਸ਼ਨ ਹੋਏਗੀ, ਇੰਟਰਨਲ ਆਪਾਂ ਗੱਲ ਕਰੀਏ ਕਿ ਬੱਚੇ ਇੰਟਰਸਟ ਲੈ ਕੇ ਸਿੱਖ ਰਹੇ ਨੇ ਔਰ ਬੱਚੇ ਜਸਟ ਸਿੱਖ ਰਹੇ ਨੇ, ਦੋਨਾਂ ਵਿੱਚ ਬਹੁਤ ਡਿਫਰੈਂਸ ਹੈ। ਅਗਰ ਬੱਚੇ ਇੰਟਰਸਟ ਲੈ ਕੇ ਸਿੱਖ ਰਹੇ ਨੇ ਔਰ ਬੱਚੇ ਸਿੱਖ ਰਹੇ ਨੇ ਤਾਂ ਦੋਨਾਂ ਦੇ ਵਿੱਚ ਜੋ ਬੈਸਟ ਲਰਨਿੰਗ ਹੋਏਗੀ ਉਹ ਵਿਦ ਇੰਟਰਸਟ ਹੋਏਗੀ, ਇਹ ਆਪਾਂ ਨੂੰ ਵੀ ਕਲੀਅਰਲੀ ਪਤਾ ਹੈ। ਸੋ ਬੱਚੇ ਅੰਦਰ ਮੋਟੀਵੇਸ਼ਨ ਹੋਣਾ ਬਹੁਤ ਜ਼ਰੂਰੀ ਹੈ। ਲੈਕ ਆਫ ਸੈਲਫ ਕੌਨਫੀਡੈਂਸ ਹੁੰਦਾ ਤਾਂ ਵੀ ਆਪਾਂ ਨੂੰ ਕੀ ਕਰਨੀ ਪੈਂਦੀ ਹੈ, ਰਿਮੈਡੀਅਲ ਟੀਚਿੰਗ ਕਰਨੀ ਪੈਂਦੀ ਹੈ। ਬੱਚੇ ਅੰਦਰ ਸੈਲਫ ਕੌਨਫੀਡੈਂਸ ਨਹੀਂ ਹੈ, ਜਿਹਦੇ ਕਰਕੇ ਉਹ ਪਰਫਾਰਮ ਨਹੀਂ ਕਰ ਪਾਇਆ। ਕਲੀਅਰ, ਤੁਸੀਂ ਇਵੈਲੂਏਸ਼ਨ ਕੀਤਾ, ਤੁਸੀਂ ਬੱਚਿਆਂ ਦੀ ਸਪੀਕਿੰਗ ਸਕਿੱਲਸ ਨੂੰ ਚੈੱਕ ਕਰ ਰਹੇ ਹੋ, ਬਟ ਬੱਚੇ ਅੰਦਰ ਕੌਨਫੀਡੈਂਸ ਨਹੀਂ ਹੈ ਕਿ ਉਹ ਇੱਕ ਟੀਚਰ ਸਾਹਮਣੇ ਆਪਣੀ ਜੋ ਰੱਖ ਸਕੇ, ਜਾਂ ਫਿਰ ਬੱਚੇ ਅੰਦਰ ਇਹ ਕੌਨਫੀਡੈਂਸ ਨਹੀਂ ਹੈ ਕਿ ਅਗਰ ਉਸਨੂੰ ਕੁਝ ਨਹੀਂ ਵੀ ਸਮਝ ਆ ਰਿਹਾ, ਡਾਊਟਸ ਨਹੀਂ ਵੀ ਕਲੀਅਰ ਹੋ ਪਾ ਰਹੇ ਉਸਦੇ, ਤਾਂ ਉਹ ਖੜਾ ਹੋ ਕੇ ਟੀਚਰ ਤੋਂ ਪੁੱਛੇ। ਕੌਨਫੀਡੈਂਸ ਦੀ ਕਮੀ, ਗੱਲਬਾਤ ਨਹੀਂ ਕਰ ਪਾ ਰਿਹਾ, ਕਮਿਊਨੀਕੇਸ਼ਨ ਨਹੀਂ ਕਰ ਪਾ ਰਿਹਾ, ਇੰਗਲਿਸ਼ ਲੈਂਗੁਏਜ ਨੂੰ ਯੂਜ਼ ਨਹੀਂ ਕਰ ਪਾ ਰਿਹਾ, ਕੌਨਫੀਡੈਂਸ ਦੀ ਕਮੀ। ਤਾਂ ਸੈਲਫ ਕੌਨਫੀਡੈਂਸ ਅਗਰ ਘੱਟ ਹੋਏਗਾ ਸਟੂਡੈਂਟਸ ਦੇ ਅੰਦਰ ਤਾਂ ਵੀ ਉਸਦੀ ਲਰਨਿੰਗ ਦੇ ਵਿੱਚ ਇੱਕ ਬਹੁਤ ਵੱਡਾ ਐਰਰ ਹੋਏਗਾ, ਔਰ ਜਿਸ ਦੇ ਕਰਕੇ ਆਪਾਂ ਨੂੰ ਰਿਮੈਡੀਅਲ ਟੀਚਿੰਗ ਕਰਨੀ ਪਏਗੀ। ਨੈਕਸਟ ਅਗਰ ਆਪਾਂ ਗੱਲ ਕਰੀਏ ਮਿਕਸ ਥਿੰਗਸ ਅਪ ਈਜ਼ੀਲੀ, ਬੱਚੇ ਬੜੀ ਜਲਦੀ ਸਾਰਾ ਕੁਝ ਮਿਕਸ ਕਰ ਦਿੰਦੇ ਆ। ਸੌਰੀ, ਮੈਂ ਵੀ ਇਹ 2 ਵਾਰੀ ਲਿਖਤਾ, ਮੈਂ ਵੀ ਮਿਕਸ ਕਰਤਾ। ਮਿਕਸ ਕਰ ਦਿੰਦੇ ਆ ਬੱਚੇ ਚੀਜ਼ਾਂ ਨੂੰ। ਠੀਕ ਹੈ, ਮਿਕਸ ਕਰ ਦਿੰਦੇ ਆ ਮੀਨ ਟੂ ਸੇ ਸਿੰਪਲ ਅਗਰ ਆਪਾਂ ਗੱਲ ਕਰੀਏ ਤਾਂ ਮਿਕਸ ਸਿੰਪਲ, ਹੁਣ ਬਹੁਤ ਸਾਰੇ ਇੱਦਾਂ ਦੇ ਸਬਜੈਕਟਸ ਹੁੰਦੇ ਆ ਲਾਈਕ ਮੈਥਮੈਟਿਕਸ, ਸਾਇੰਸ, ਫਿਜ਼ਿਕਸ, ਕੈਮਿਸਟਰੀ, ਬਹੁਤ ਕੁਝ ਹੁੰਦਾ। ਚੀਜ਼ਾਂ ਨੂੰ ਮਿਕਸ ਕਰਨਾ ਬਹੁਤ ਆਪਾਂ ਆਮ ਦੇਖਦੇ ਹਾਂ। ਠੀਕ ਹੈ, ਜਿਵੇਂ ਕਿ ਮੈਥ ਦੇ ਵਿੱਚ ਆਮ ਹੀ ਦੇਖਣ ਨੂੰ ਮਿਲਦਾ ਕਿ ਐਡੀਸ਼ਨ, ਸਬਟ੍ਰੈਕਸ਼ਨ ਪਤਾ ਨਹੀਂ ਲੱਗਦਾ ਕੀ ਕਰ ਦਿੰਦੇ ਆ, ਮਿਕਸ ਕਰ ਦਿੰਦੇ ਆ ਚੀਜ਼ਾਂ ਨੂੰ। ਠੀਕ ਹੈ, ਇੰਗਲਿਸ਼ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਗ੍ਰਾਮਰ ਦੇ ਰੂਲਸ ਨੂੰ ਮਿਕਸ ਕਰ ਦਿੰਦੇ ਆ। ਸੋ ਇਹ ਚੀਜ਼ਾਂ ਜੋ ਹੁੰਦੀਆਂ ਇੱਕ ਐਰਰ ਹੁੰਦਾ, ਜਿਹਦੇ ਕਰਕੇ ਆਪਾਂ ਨੂੰ ਪ੍ਰੋਪਰਲੀ ਅਗਰ ਆਪਾਂ ਜੋ ਮੈਥਡ ਯੂਜ਼ ਕਰ ਰਹੇ ਹਾਂ, ਆਪਾਂ ਦੇਖ ਪਾ ਰਹੇ ਹਾਂ ਕਿ ਬੱਚੇ ਇਸ ਦੇ ਨਾਲ ਨਹੀਂ ਸਿੱਖ ਪਾ ਰਹੇ, ਉਹ ਮਿਕਸ ਕਰ ਰਹੇ ਨੇ ਚੀਜ਼ਾਂ ਨੂੰ, ਤਾਂ ਕੋਈ ਹੋਰ ਮੈਥਡ ਯੂਜ਼ ਕਰਕੇ ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰੋ, ਜਿਹਦੇ ਨਾਲ ਉਹਨਾਂ ਨੂੰ ਡਿਫਰੈਂਸ ਕਲੀਅਰ ਹੋਵੇ ਕਿ ਨਹੀਂ ਇਹ ਅਲੱਗ ਚੀਜ਼ ਹੈ ਔਰ ਦੂਸਰੀ ਚੀਜ਼ ਅਲੱਗ ਹੈ। ਵੀਕ ਇਨ ਪ੍ਰੋਬਲਮ ਸੋਲਵਿੰਗ ਪਾਵਰ, ਬੱਚਿਆਂ ਦੀ ਜੋ ਪ੍ਰੋਬਲਮ ਸੋਲਵਿੰਗ ਪਾਵਰ ਹੁੰਦੀ ਹੈ ਉਹ ਕੀ ਹੁੰਦੀ ਹੈ, ਵੀਕ ਹੁੰਦੀ ਹੈ। ਪ੍ਰੋਬਲਮ ਸੋਲਵਿੰਗ ਪਾਵਰ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਅਗਰ ਬੱਚੇ ਦੇ ਅੰਦਰ ਪ੍ਰੋਬਲਮ ਸੋਲਵਿੰਗ ਪਾਵਰ ਨਹੀਂ ਹੋਏਗੀ ਤਾਂ ਇਸ ਦਾ ਮਤਲਬ ਬੱਚਾ ਸਹੀ ਤਰੀਕੇ ਨਾਲ ਆਪਣਾ ਮਤ ਕਹਿ ਸਕਦਾ ਥਿੰਕਿੰਗ ਜੋ ਹੈ ਉਹ ਨਹੀਂ ਉਹ ਕਰਦਾ। ਥਿੰਕਿੰਗ ਜਦੋਂ ਬੱਚਾ ਸੋਚਣਾ ਸ਼ੁਰੂ ਕਰੇਗਾ, ਦਿਮਾਗ ਲਗਾਉਣਾ ਸ਼ੁਰੂ ਕਰੇਗਾ, ਤਾਂ ਆਪੇ ਉਹਦਾ ਜੋ ਇੰਪਰੂਵਮੈਂਟ ਆਪਾਂ ਨੂੰ ਨਜ਼ਰ ਆਏਗੀ। ਤਾਂ ਪ੍ਰੋਬਲਮ ਸੋਲਵਿੰਗ ਪਾਵਰ ਦੀ ਕਮੀ ਹੋਣਾ ਵੀ ਇੱਕ ਕਾਰਨ ਹੈ, ਜਿਹਦੇ ਕਰਕੇ ਆਪਾਂ ਨੂੰ ਰਿਮੈਡੀਅਲ ਟੀਚਿੰਗ ਕਰਨੀ ਪੈਂਦੀ ਹੈ। ਫੇਲ ਆਫ ਗ੍ਰੈਸਪ ਇਨਫੋਰਮੇਸ਼ਨ, ਹੁਣ ਅਗਰ ਗੱਲ ਕਰੀ ਜਾਵੇ ਤਾਂ ਜੋ ਇਨਫੋਰਮੇਸ਼ਨ ਹੈ ਉਹ ਪ੍ਰੋਪਰਲੀ ਨਹੀਂ ਸਿੱਖ ਪਾਉਂਦੇ ਬੱਚੇ। ਠੀਕ ਹੈ, ਜੋ ਪ੍ਰੋਪਰਲੀ ਇਨਫੋਰਮੇਸ਼ਨ ਸਿੰਪਲ ਸ਼ਬਦਾਂ ਵਿੱਚ ਗੱਲ ਕਰੀਏ ਕਿ ਸਮਝ ਨਹੀਂ ਆਉਂਦਾ ਕਿ ਕੀ ਕਰਵਾਇਆ ਜਾ ਰਿਹਾ ਹੈ। ਠੀਕ ਹੈ, ਕਵਰ ਨਹੀਂ ਕਰ ਪਾਉਂਦੇ, ਉਸਨੂੰ ਸਮਝ ਨਹੀਂ ਪਾਉਂਦੇ। ਉਸ ਤੋਂ ਬਾਅਦ ਆ ਜਾਂਦਾ ਹੈ ਡਿਫਿਕਲਟੀ ਇਨ ਅੰਡਰਸਟੈਂਡਿੰਗ ਨਿਊ ਕਨਸੈਪਟ, ਕੋਈ ਵੀ ਨਵਾਂ ਕਨਸੈਪਟ ਸਮਝਾ ਦਿਓ, ਬੱਚੇ ਬਹੁਤ ਜ਼ਿਆਦਾ ਕਨਫਿਊਜ਼ ਹੋ ਜਾਂਦੇ ਆ, ਸਮਝ ਨਹੀਂ ਪਾਉਂਦੇ, ਡਿਫਿਕਲਟ ਲੱਗਦਾ ਉਹਨਾਂ ਨੂੰ, ਕੁਝ ਨਵਾਂ ਸਿੱਖਣ ਨੂੰ ਮਿਲ ਰਿਹਾ, ਮੋਟੀਵੇਸ਼ਨ ਨਹੀਂ ਹੈਗੀ।
ठीक है, अंदरों इंटरस्ट नहीं हैगा, बट आप उन्होंने कुछ नवा सिखा रहे हैं, और उस तो बाद अगर गल करिए नवें दे विच भी उन्होंने कुछ क्लीयर ही नहीं हो पा रहा कि की रख दिता मेरे सामने, सो लर्निंग किमें होएगी, है ना। नीड मोर टाइम टू कंप्लीट असाइनमेंट्स, सारा टाइम अपना किते चला जाता है असाइनमेंट्स ਨੂੰ कंप्लीट करना, टास्क ਨੂੰ कंप्लीट करना, तो बच्चे सीखणगे कदों, ठीक है। तो बच्चे की करते हैं, असाइनमेंट्स जरूरी हैं, टास्क जरूरी हैं ताकि बच्चे सीख सकन, बट जो बच्चे उन्होंने चीज़ों के उपर अपना पूरा टाइम ही लगा देंगे हैं तो बच्चे सीखणगे कदों। बच्चे 2 घंटे का काम अगर 10 घंटे के विच सारे दिन के विच कर रहे हैं, एक असाइनमेंट जो 1 घंटे के विच बैठ के कंप्लीट हो सकती है, ईजीली समझ के आप उसको कवर कर सकते हैं। अगर बच्चे उस 1 घंटे की असाइनमेंट लिए अपने टाइम दिन के 4-5 घंटे लगा रहे हैं तो बाकी का टाइम वो कित्थे लगाएंगे, नहीं कर पाएंगे, वो लर्निंग नहीं कर पाएंगे, ठीक है। अगे अगर आप गल करिए पुअर रीडर, बच्चे रीडर बहुत अच्छे नहीं होंगे जिहदे करके अपन दोबारा सिखाना पैंदा है। हैबिट ऑफ द स्लो रीडिंग, हौली हौली पढ़ते हैं, वही चीज़ आ गई। अगर असाइनमेंट्स से पूरा टाइम लगाता, रीडिंग से पूरा टाइम लगाता, हाउ, ठीक है। लैक ऑफ रिस्पॉन्स, बच्चे रिस्पॉन्स नहीं देंगे, बच्चों का रिस्पॉन्स बहुत जरूरी है अगर आप टीचिंग कर रहे हैं तो। अगर बच्चे रिस्पॉन्स नहीं करेंगे तो तुहानूं समझ नहीं आएगा कि बच्चों को समझ आ रहा है या नहीं आ रहा, ठीक है। वो तुहाडे विच कुछ स्टूडेंट्स ने जो शायद रिस्पॉन्स करते हैं तो मैंने क्लीयर होंदा कि तुहानूं समझ आ रहा है या नहीं आ रहा, तुसीं रिस्पॉन्स करो, कमेंट सैक्शन दे विच दसो क्लीयर होया या नहीं होया, डाउट्स अगर है तो तो पूछो ताकि मैनू क्लीयर हो सके कि तुहानूं कोई टॉपिक क्लीयर हो रहा है या नहीं हो रहा। अगर कोई नहीं हो रहा दैन आई विल टीच यू अगेन। यही चीज़ अपनी टीचिंग लाइफ के भी होंगी है, ठीक है। तो बच्चों का रिस्पॉन्स बहुत जरूरी है। स्पैलिंग मिस्टेक होंदी है बच्चों की, ठीक है। फेयर ऑफ पर्टिकुलर सबजैक्ट, किसी एक पर्टिकुलर सबजैक्ट को लैके उन्होंने मन में डर होंदा है, यह डर आप आम देखते हैं कि लाइक इंग्लिश लैंगुएज है, इंग्लिश लैंगुएज है मैं नहीं कर सकता, बहुत डिफिकल्ट है, तो ये चीज़ा आप आम बच्चों के देखते हैं। मैथामैटिक्स है, मैनू तो मैथ बहुत औखा लगता, दूरों ही कह देंगे, हाथ जोड़ देंगे कि हाँ जी मैनू तो यह सबजैक्ट डिफिकल्ट लगता। उन्होंने मन के अंदर जो डर होंगे उस डर को निकालना जरूरी है, क्योंकि अगर उन्होंने वो डर उस पर्टिकुलर सबजैक्ट को लैके निकलेगा तो वो थोड़ा जिहा इंटरस्ट आपको भरन की जरूरत है, उन्होंने मोटिवेट करने की जरूरत है, ईजी मैथड अपलाई करने की जरूरत है। रिमेडियल टीचिंग का मतलब यही होंगे कि जेकर तुहाडा फर्स्ट मैथड काम नहीं किया तो तुसीं किसी ईजीएस्ट मैथड नाल, वधिया मैथड नाल उन्होंने होर दोबारा चंगे तरीके नाल सिखाओ, ठीक है जी। ये तो सी कि जो लोड़ क्यों पैंदी आपां नूं रिमेडियल टीचिंग करन दी। अगे आप देख पा रहे हैं एम ऑफ रिमेडियल टीचिंग, कि रिमेडियल टीचिंग के एम की ने। फर्स्ट देखो, इट इज़ एन अरेंजमेंट फॉर बैटर, हाँ जी, बच्चों के बैटरमेंट लिए की हुंदा किया जाता है, अरेंज किया जाता है। रिमेडियल टीचिंग क्यों किया जाता है, की प्रॉफिट है इसका, किसनूं की प्रॉफिट है। क्लीयरली देखो, तुसी बच्चे ने सिखाया, इवैल्यूएशन किया, समझ नहीं आया कि बच्चे क्यों नहीं सीख पा रहे, डायग्नोस टेस्ट किया, वीक पॉइंट का पता लग गया, तो उस चीज़ को ध्यान में रखते हुए तुसी बच्चे ने दोबारा सिखाया। दोबारा सिखाने तो बाद तुसी देख पा रहे हो कि बच्चों के विच इंप्रूवमेंट है या नहीं है, तो इस विच किसका विकास हो रहा, किस दी बैटरमेंट लिए पूरा कुछ किया जा रहा है, स्टूडेंट लिए ना, ताकि बच्चे वो सीख सकन, ठीक है। तो इट इज़ अरेंजमेंट फॉर द बैटरमेंट फॉर स्टूडेंट। नैक्सट अगर गल करिए, इट इंप्रूव लर्निंग प्रोसैस, बच्चे का जो लर्निंग प्रोसैस है वो इंप्रूव होंदा है, लर्निंग सपोर्ट उसनूं मिलती है, बच्चे ने एक सपोर्ट की जरूरत होंदी है ताकि वह उसनूं इदा लगे कि हाँ जी अगर मैंने कोई डाउट है जो कुछ भी है तो मैंने एक सपोर्ट है, मैं उन्होंने तो पूछ सकता। जो कोई भी एक सपोर्ट उन्होंने चाहिए होंदी है जिहदे नाल ओह की रहिंदे हैं, एक मोटिवेट रहिंदे कि हाँ जी मैं ये करना और मैं ये कर सकदा, ठीक है। अगे अगर आप गल करिए, इट हैल्प टू बिल्ड कॉन्फिडेंस, कॉन्फिडेंस बहुत जरूरी है। अगर आप बच्चे की प्रॉपरली उन्होंने गलबात करके उन्होंने वीक पॉइंट्स को ध्यान में उस तरीके उन्होंने ट्रीट करांगे तो बच्चों के कॉन्फिडेंस के भी अपन इंप्रूवमेंट नज़र आएगी। और इसका एक मेन एम ये भी है कि बच्चों का जो कॉन्फिडेंस है वो बढ़ाया जा सके। हुण देखो, इन बोथ सेंस फोकस इज़ ऑन ओवरऑल डेवलपमेंट ऑफ स्टूडेंट, ओवरऑल डेवलपमेंट करना स्टूडेंट का एक मेन फोकस है इस रिमेडियल टीचिंग का। रिमेडियल टीचिंग का मतलब होंदा है बच्चे, देखो पहली गल तो टीचिंग का मतलब की होंदा है बच्चे का सर्वपक्षी विकास करना। उस सर्वपक्षी विकास के विचों जो आप देखते हैं कि हाँ जी इत्थे इत्थे बच्चे दे विच की है कमी आपां नूं नज़र आई है, तो उहदे लई आपां रिमेडियल टीचिंग करते हैं ताकि जो वीक पॉइंट्स ने जो कमियां ने उन्होंने दूर किया जा सके। बच्चे का जो सर्वपक्षी विकास है वह करना एक मेन फोकस है किसका, रिमेडियल टीचिंग का और टीचिंग का भी, ठीक है जी। इट हैल्प टू चेंज इन बिहेवियर, ये मदद करता है बिहेवियर नूं चेंज करन दे विच। बच्चे का जो बिहेवियर है उस चेंजिस लैके आना। अगर गल की जाए तो एक बहुत आप कह सकते कि इंपोर्टेंट जो पॉइंट है, इट इज़ एन अरेंजमेंट विच वॉज नॉट इन यूज। देखो
ਇਹ ਉਹ ਵਾਲਾ ਅਰੇਂਜਮੈਂਟ ਹੁੰਦਾ ਜਾਂ ਉਹ ਮੈਥਡਸ ਦਾ ਅਰੇਂਜਮੈਂਟ ਹੁੰਦਾ ਜੋ ਪਹਿਲਾਂ ਯੂਜ਼ ਨਹੀਂ ਕੀਤੇ ਗਏ। ਇਹ ਗੱਲ ਤਾਂ ਪਤਾ ਨਹੀਂ ਮੈਂ ਸਟਾਰਟਿੰਗ ਤੋਂ ਹੀ ਬੋਲਦੀ ਆ ਰਹੀ ਹਾਂ ਕਿ ਰਿਮੈਡੀਅਲ ਟੀਚਿੰਗ ਦਾ ਮਤਲਬ ਹੁੰਦਾ ਕਿ ਜੋ ਮੈਥਡ ਆਪਾਂ ਸਟਾਰਟਿੰਗ ਦੇ ਵਿੱਚ ਯੂਜ਼ ਕੀਤਾ ਸੀ ਉਸ ਨੂੰ ਛੋੜ ਕੇ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਹਾਂਜੀ ਇਸ ਮੈਥਡ ਨਾਲ ਬੱਚੇ ਨਹੀਂ ਸਿੱਖ ਪਾ ਰਹੇ ਤਾਂ ਕੋਈ ਹੋਰ ਮੈਥਡ ਯੂਜ਼ ਕਰੋ ਟੀਚਿੰਗ ਦਾ, ਜਿਹਦੇ ਵਿੱਚ ਤੁਹਾਨੂੰ ਲੱਗਦਾ ਕਿ ਹਾਂਜੀ ਬੱਚੇ ਦੇ ਵੀਕ ਪੁਆਇੰਟ ਨੂੰ ਮੈਂ ਧਿਆਨ 'ਚ ਰੱਖ ਕੇ ਇਸ ਤਰੀਕੇ ਨਾਲ ਅਗਰ ਮੈਂ ਸਿਖਾਵਾਂ ਤਾਂ ਉਹ ਸਿੱਖਣਗੇ। ਠੀਕ ਹੈ, ਅਤੇ ਇਹ ਅਰੇਂਜਮੈਂਟ ਹੁੰਦਾ ਉਹਨਾਂ ਮੈਥਡਸ ਦਾ ਜੋ ਪਹਿਲਾਂ ਯੂਜ਼ ਨਹੀਂ ਕੀਤੇ ਗਏ ਟੀਚਿੰਗ ਦੇ ਵਿੱਚ। ਇਟ ਇਨਹੈਂਸ ਦ ਇੰਟਰਸਟ ਐਂਡ ਮੋਟੀਵੇਸ਼ਨ, ਜੋ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ। ਬੱਚੇ ਅੰਦਰ ਇੰਟਰਸਟ ਔਰ ਮੋਟੀਵੇਸ਼ਨ 50% ਜੋ ਕੰਮ ਹੈ ਉਹ ਟੀਚਿੰਗ ਦੇ ਵਿੱਚ ਕਰ ਦਿੰਦੇ ਹੈ। ਜਦੋਂ ਬੱਚਾ ਖੁਦ ਇੰਟਰਸਟਡ ਹੋਏਗਾ, ਮੋਟੀਵੇਟ ਹੋਏਗਾ ਤਾਂ ਉਹ ਬਹੁਤ ਕੁਝ ਖੁਦ ਸਿੱਖੇਗਾ, ਖੁਦ ਸਿੱਖਣ ਦੀ ਕੋਸ਼ਿਸ਼ ਕਰੇਗਾ ਤਾਂ ਕਾਫੀ ਜੋ ਇੰਪਰੂਵਮੈਂਟ ਆ ਬੱਚਿਆਂ ਦੇ ਵਿੱਚ ਹੁੰਦੀ ਹੈ। ਇਟ ਬੇਸਡ ਔਨ ਦਾ ਡਾਇਗਨੋਸਟਿਕ ਆਬਜ਼ਰਵੇਸ਼ਨ, ਤਾਂ ਹੁਣੀ ਮੈਂ ਤੁਹਾਨੂੰ ਦੱਸਿਆ ਕਿ ਡਾਇਗਨੋਸਟਿਕ ਜੋ ਹੈ ਉਹ ਬਹੁਤ ਇੰਪੋਰਟੈਂਟ ਇੱਕ ਆਪ ਕਹਿ ਸਕਦੇ ਕਿ ਆਬਜ਼ਰਵ ਕਰਨਾ ਜ਼ਰੂਰੀ ਹੈ, ਕਿਉਂਕਿ ਅਗਰ ਆਪਾਂ ਇੱਦਾਂ ਹੀ ਦੁਬਾਰਾ ਟੀਚ ਕਰਤਾ, ਲਾਈਕ ਫੋਰ ਐਗਜ਼ਾਮਪਲ ਆਪਾਂ ਨੇ ਬੱਚਿਆਂ ਦੀ ਇਵੈਲੂਏਸ਼ਨ ਕੀਤਾ, ਦੇਖਿਆ ਕਿ ਹਾਂਜੀ 3 ਤੋਂ 4 ਸਟੂਡੈਂਟ ਨੇ, ਚਲੋ ਠੀਕ ਹੈ ਉਹਨਾਂ ਨੂੰ ਦੁਬਾਰਾ ਆਪਾਂ ਪੜ੍ਹਾਉਣਾ ਹੈ, ਤਾਂ ਉਹਦੇ ਵਿੱਚ ਦੇਖੋ ਕੀ ਚੀਜ਼ ਆਪਾਂ ਦੇਖੀ, ਆਪਾਂ ਨੇ ਇਹ ਨਹੀਂ ਦੇਖਿਆ ਕਿ ਉਹਨਾਂ ਦਾ ਵੀਕ ਪੁਆਇੰਟ ਕੀ ਹੈ, ਦੁਬਾਰਾ ਉਹੀ ਮੈਥਡ ਯੂਜ਼ ਕਰਨ ਲੱਗ ਗਏ ਜੋ ਪਹਿਲਾਂ ਕੀਤਾ ਸੀ, ਕੋਈ ਫਰਕ ਪਏਗਾ? ਅਗਰ ਪਏਗਾ ਵੀ ਥੋੜ੍ਹਾ ਬਹੁਤ ਪਏਗਾ, ਠੀਕ ਹੈ, ਕਿਉਂਕਿ ਆਪਾਂ ਨੂੰ ਪਤਾ ਹੀ ਨਹੀਂ ਕਿ ਕੀ ਕਾਰਨ ਹੈ ਜਿਹਦੇ ਕਰਕੇ ਬੱਚੇ ਸਿੱਖ ਨਹੀਂ ਪਾ ਰਹੇ। ਸੋ ਹਰ ਇੱਕ ਚੀਜ਼ ਨੂੰ ਆਪਣੇ ਫੋਕਸ ਕਰਨਾ ਹੈ। ਮੇਨ ਅਗਰ ਕਾਰਨ ਆਪਾਂ ਨੂੰ ਪਤਾ ਹੋਏਗਾ ਕਿ ਬੱਚੇ ਕਿਉਂ ਨਹੀਂ ਸਿੱਖ ਪਾ ਰਹੇ, ਜਦੋਂ ਉਸ ਉੱਪਰ ਕੰਮ ਕੀਤਾ ਜਾਵੇਗਾ ਤਾਂ ਲਰਨਿੰਗ ਦੇ ਵਿੱਚ ਆਪਾਂ ਨੂੰ ਇੰਪਰੂਵਮੈਂਟ ਨਜ਼ਰ ਆਏਗੀ। ਸੋ ਡਾਇਗਨੋਸਟਿਕ ਆਬਜ਼ਰਵੇਸ਼ਨ ਦੇ ਉੱਪਰ ਇਹ ਕੀ ਹੁੰਦਾ, ਬੇਸਡ ਹੁੰਦਾ। ਠੀਕ ਹੈ ਜੀ, ਤਾਂ ਇਹ ਸੀਗੇ ਕੁਝ ਏਮ, ਠੀਕ ਹੈ, ਜੋ ਕਿ ਆਪਾਂ ਡਿਸਕਸ ਕੀਤੇ। ਅਤੇ ਅੱਗੇ ਚੱਲਦੇ ਹਾਂ। ਅੱਗੇ ਦੇਖੋ ਕੀ ਨੇ ਸਟੈਪਸ ਨੇ ਰਿਮੈਡੀਅਲ ਟੀਚਿੰਗ ਦੇ। ਰਿਮੈਡੀਅਲ ਟੀਚਿੰਗ ਦੇ ਕੀ ਸਟੈਪਸ ਹੁੰਦੇ ਨੇ? ਸਭ ਤੋਂ ਪਹਿਲਾਂ ਤਾਂ ਆਈਡੈਂਟੀਫਾਈ ਕਰਨਾ ਪੂਰਾ ਸਟੂਡੈਂਟਸ ਨੂੰ। ਕਲਾਸ ਦੇ ਵਿੱਚ 30 ਸਟੂਡੈਂਟਸ ਨੇ, 40 ਸਟੂਡੈਂਟਸ ਨੇ, ਸਾਰੇ ਪੂਅਰ ਨਹੀਂ ਹੁੰਦੇ, ਸਾਰੇ ਇੰਟੈਲੀਜੈਂਟ ਨਹੀਂ ਹੁੰਦੇ ਔਰ ਸਾਰੇ ਐਵਰੇਜ ਵੀ ਨਹੀਂ ਹੁੰਦੇ। ਉਹਨਾਂ ਦੇ ਵਿੱਚੋਂ ਜੋ ਆਪਾਂ ਨੂੰ ਇੱਦਾਂ ਇਵੈਲੂਏਸ਼ਨ ਕਰਨ ਤੋਂ ਬਾਅਦ ਆਪਾਂ ਨੂੰ ਲੱਗਿਆ ਕਿ ਹਾਂਜੀ ਇਹ ਜੋ ਪੂਅਰ ਸਟੂਡੈਂਟਸ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਆਈਡੈਂਟੀਫਾਈ ਕਰਨਾ। ਆਈਡੈਂਟੀਫਾਈ ਕਿਵੇਂ ਕਰ ਸਕਦੇ ਹਾਂ? ਇਵੈਲੂਏਸ਼ਨ ਨਾਲ। ਔਰ ਇਵੈਲੂਏਸ਼ਨ ਕਦੋਂ ਹੋਏਗਾ? ਜਦੋਂ ਆਪਾਂ ਉਹਨਾਂ ਨੂੰ ਕੁਝ ਸਿਖਾਵਾਂਗੇ। ਟੀਚਿੰਗ ਤੋਂ ਬਾਅਦ, ਲਰਨਿੰਗ ਤੋਂ ਬਾਅਦ ਜੋ ਇਵੈਲੂਏਸ਼ਨ ਹੋਏਗਾ ਉਸ ਤੋਂ ਬਾਅਦ ਆਪਾਂ ਆਈਡੈਂਟੀਫਾਈ ਕਰਾਂਗੇ ਕਿ ਹਾਂਜੀ ਇਹ ਜੋ ਸਟੂਡੈਂਟਸ ਨੇ ਇਹ ਪੂਅਰ ਮੀਨ ਟੂ ਸੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਦੁਬਾਰਾ ਲਰਨਿੰਗ ਦੀ ਜ਼ਰੂਰਤ ਹੈ। ਗਿਵ ਹਿਮ ਹਰ ਡਾਇਗਨੋਸਟਿਕ ਟੈਸਟ। ਉਹੀ ਚੀਜ਼ ਆ ਗਈ ਦੁਬਾਰਾ ਕਿ ਡਾਇਗਨੋਸਟਿਕ ਟੈਸਟ ਉਹਨਾਂ ਦਾ ਲਿਆ ਜਾਵੇ ਤਾਂ ਕਿ ਆਪਾਂ ਨੂੰ ਉਹਨਾਂ ਦੇ ਵੀਕ ਪੁਆਇੰਟ ਦਾ ਪਤਾ ਲੱਗੇ ਕਿ ਉਹਨਾਂ ਦੀ ਮੈਮਰੀ ਪਾਵਰ ਲੋ ਹੈ, ਜਾਂ ਫਿਰ ਉਹਨਾਂ 'ਚ ਕੌਨਫੀਡੈਂਸ ਦੀ ਕਮੀ ਹੈ, ਜਾਂ ਫਿਰ ਉਹਨਾਂ ਦੀ ਜੋ ਪ੍ਰੋਬਲਮ ਸੋਲਵਿੰਗ ਐਬਿਲਿਟੀ ਹੈ ਉਹ ਅੱਛੀ ਨਹੀਂ ਹੈ, ਠੀਕ ਹੈ, ਜਾਂ ਫਿਰ ਉਹਨਾਂ ਦਾ ਰਿਸਪੌਂਸ ਅੱਛਾ ਨਹੀਂ ਹੈ, ਤਾਂ ਕੀ ਕਮੀ ਹੈ ਉਹਨਾਂ ਦੇ ਵਿੱਚ। ਫਿਰ ਉਸ ਤੋਂ ਬਾਅਦ ਇਵੈਲੂਏਸ਼ਨ ਕੀਤਾ ਜਾਵੇ, ਠੀਕ ਹੈ। ਔਰ ਇਵੈਲੂਏਸ਼ਨ ਤੋਂ ਬਾਅਦ ਆਪਾਂ ਦੇਖਾਂਗੇ ਕਿ ਜਦੋਂ ਆਪਾਂ ਨੂੰ ਪ੍ਰੋਬਲਮ ਦਾ ਪਤਾ ਲੱਗ ਗਿਆ ਤਾਂ ਆਪਾਂ ਕੀ ਕਰਾਂਗੇ ਕਿ ਮੈਥਡਸ ਨੂੰ ਯੂਜ਼ ਕਰਾਂਗੇ ਔਰ ਉਹਨਾਂ ਮੈਥਡਸ ਨੂੰ ਯੂਜ਼ ਕਰਾਂਗੇ ਜੋ ਉਹਨਾਂ ਲਈ ਹੋਣਗੇ, ਠੀਕ ਹੈ। ਹੁਣ ਜਦੋਂ ਆਪਾਂ ਡਾਇਗਨੋਸਟਿਕ ਟੈਸਟ ਕੀਤਾ ਹੈ ਤਾਂ ਮਤਲਬ ਆਪਾਂ ਵੀਕ ਪੁਆਇੰਟ ਨੂੰ ਧਿਆਨ 'ਚ ਰੱਖ ਕੇ ਉਹਨਾਂ ਲਈ ਜੋ ਟੈਸਟ ਹੋਣਗੇ ਉਹਨਾਂ ਨੂੰ ਯੂਜ਼ ਕਰਾਂਗੇ। ਫਿਰ ਉਸ ਤੋਂ ਬਾਅਦ ਰੀਵੈਲੂਏਸ਼ਨ ਹੋਏਗਾ ਔਰ ਉਸ ਤੋਂ ਬਾਅਦ ਆਪਾਂ ਫਿਰ ਦੇਖਾਂਗੇ ਕਿ ਉਹਨਾਂ ਦੇ ਵਿੱਚ ਕੋਈ ਚੇਂਜਸ ਨੇ ਜੋ ਆਏ ਨੇ ਜਾਂ ਨਹੀਂ ਆਏ, ਠੀਕ ਹੈ ਜੀ। ਇਹ ਤਾਂ ਸੀਗੇ ਸਟੈਪ ਜੋ ਮੈਂ ਬਹੁਤ ਵਾਰ ਰਿਪੀਟ ਕਰ ਚੁੱਕੀ ਹਾਂ, ਹੁਣ ਤੱਕ ਤੁਹਾਡੇ ਮਾਈਂਡ ਦੇ ਵਿੱਚ ਬਿਲਕੁਲ ਬੈਠ ਗਏ ਹੋਣਗੇ, ਠੀਕ ਹੈ, ਕਿ ਸਟੈਪ ਆਫ ਰਿਮੈਡੀਅਲ ਟੀਚਿੰਗ ਕੀ ਨੇ। ਅੱਗੇ ਅਗਰ ਗੱਲ ਕਰੀਏ ਸਟੈਪ ਆਫ ਰਿਮੈਡੀਅਲ ਟੀਚਿੰਗ ਬਾਈ ਆਈਕੇ ਡੇਵਿਸ, ਇਹਨਾਂ ਦੁਆਰਾ ਵੀ ਦੇਖ ਲੈਂਦੇ ਹਾਂ। ਇਹਨਾਂ ਦੁਆਰਾ ਥੋੜ੍ਹਾ ਮੈਨੂੰ ਲੱਗਿਆ ਕਿ ਡਿਸਕਸ ਕਰਨਾ ਜ਼ਰੂਰੀ ਹੈ, ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਤਾਂ ਕੀ ਕੀਤੀ ਜਾਣੀ ਚਾਹੀਦੀ ਹੈ? ਪਲੈਨਿੰਗ ਕੀਤੀ ਜਾਣੀ ਚਾਹੀਦੀ ਹੈ ਅਕੋਰਡਿੰਗ ਟੂ ਆਈਕੇ ਡੇਵਿਸ ਦੇ ਦੁਆਰਾ, ਠੀਕ ਹੈ। ਤਾਂ ਦੇਖੋ ਪਲੈਨਿੰਗ ਕਿਹਦੀ ਕਰਨੀ ਚਾਹੀਦੀ ਹੈ? ਹੁਣ ਅਗਰ ਆਪਾਂ ਕਲਾਸ ਦੇ ਵਿੱਚ ਜਾ ਰਹੇ ਹਾਂ, ਠੀਕ ਹੈ ਜੀ, ਆਪਾਂ ਨੇ ਪਲੈਨਿੰਗ ਕਰਨੀ ਹੈ ਸਭ ਤੋਂ ਪਹਿਲਾਂ, ਅਤੇ ਕਿ ਇਵੈਲੂਏਟ ਕਿਸ ਤਰੀਕੇ ਨਾਲ ਕਰੀਏ, ਇਵੈਲੂਏਟ ਕਰਨਾ, ਠੀਕ ਹੈ, ਕਿਵੇਂ ਕਰਨਾ ਹੈ, ਕਿਹੜੇ ਮੈਥਡ ਆਪਾਂ ਯੂਜ਼ ਕਰਨੇ ਨੇ, ਕਿਵੇਂ ਰੇਟਿੰਗ ਦੇਣੀ ਹੈ, ਉਹ ਸਾਰਾ ਕੁਝ ਆਪਾਂ ਨੂੰ ਪਲਾਨ ਕਰਨਾ ਪਏਗਾ। ਤੁਸੀਂ ਮੈਥ ਦੀ ਕਲਾਸ ਲਗਾ ਰਹੇ ਹੋ, ਤੁਸੀਂ ਮੈਥ ਦੇ ਵੀਕ ਬੱਚੇ ਨੂੰ ਲੱਭ ਰਹੇ ਹੋ ਕਿ ਬੱਚੇ ਨੂੰ ਕਿਹੜੇ ਸਟੂਡੈਂਟਸ ਨੇ ਜਿਨ੍ਹਾਂ ਨੂੰ ਮੈਥ ਡਿਫੀਕਲਟ ਲੱਗਦਾ ਹੈ, ਔਰ ਤੁਸੀਂ ਟੈਸਟ ਲਓਗੇ ਇੰਗਲਿਸ਼ ਦਾ, ਇਵੈਲੂਏਸ਼ਨ ਕਰੋਗੇ ਇੰਗਲਿਸ਼ ਦੀ, ਪੋਸੀਬਲ ਨਹੀਂ ਹੈ ਨਾ। ਸੋ ਪਲੈਨਿੰਗ ਕਰਨੀ ਪਏਗੀ ਕਿ ਤੁਸੀਂ ਕੀ ਇਵੈਲੂਏਟ ਕਰਨਾ ਹੈ ਜਿਹਦੇ ਨਾਲ ਤੁਸੀਂ ਚੈੱਕ ਕਰੋਗੇ, ਔਰ ਕੀ ਤੁਸੀਂ ਕਿਹੜੇ ਸਬਜੈਕਟ ਦਾ ਹੋ ਗਿਆ, ਕਿਸ ਤਰੀਕੇ ਨਾਲ ਰੇਟਿੰਗ, ਉਹ ਸਭ ਕੁਝ ਤੁਸੀਂ ਪਲਾਨ ਕਰਕੇ ਜਾਓਗੇ। ਉਸ ਤੋਂ ਬਾਅਦ ਹੋ ਜਾਂਦੀ ਹੈ ਔਰਗਨਾਈਜੇਸ਼ਨ। ਔਰਗਨਾਈਜੇਸ਼ਨ ਕੀ ਹੁੰਦੀ ਹੈ ਕਿ ਇੱਕ ਤਰੀਕੇ ਨਾਲ ਪ੍ਰੋਪਰਲੀ ਔਰਗਨਾਈਜ਼ ਕਰਨਾ। ਜੋ ਤੁਸੀਂ ਇਵੈਲੂਏਸ਼ਨ ਕਰ ਰਹੇ ਹੋ, ਜੋ ਤੁਸੀਂ ਬੱਚਿਆਂ ਦੀ ਇਵੈਲੂਏਸ਼ਨ ਕਰ ਰਹੇ ਹੋ, ਤਾਂ ਉਸ ਚੀਜ਼ ਦੇ ਵਿੱਚ ਡਿਊਟੀ ਸਟ੍ਰਿਕਟ ਹੋਣੀ ਚਾਹੀਦੀ ਹੈ। ਇੱਦਾਂ ਨਹੀਂ ਹੈ ਕਿ ਬੱਚੇ ਚੀਟਿੰਗ ਕਰ ਰਹੇ ਨੇ ਤਾਂ ਤੁਹਾਨੂੰ ਕੀ ਪਤਾ ਲੱਗੇਗਾ ਕਿ ਕਿਹੜੇ ਬੱਚੇ ਦਾ ਵੀਕ ਪੁਆਇੰਟ ਹੈ, ਕਿਹੜੇ ਦਾ ਨਹੀਂ ਹੈ, ਕਿਹੜਾ ਬੱਚਾ ਖੁਦ ਸਟੱਡੀ ਕਰਕੇ ਆਇਆ, ਠੀਕ ਹੈ। ਤਾਂ ਟੈਸਟ ਲੈਣਾ, ਪ੍ਰੋਪਰ ਇੱਕ ਟਾਈਮ ਦੇਣਾ, ਇੱਦਾਂ ਨਹੀਂ ਹੈ ਕਿ 1 ਘੰਟੇ ਦਾ ਟੈਸਟ ਹੈ ਔਰ ਬੱਚੇ 4 ਘੰਟੇ ਲੈ ਕੇ ਕਵਰ ਕਰ ਰਹੇ ਨੇ, ਠੀਕ ਹੈ। ਤਾਂ ਪ੍ਰੋਪਰ ਇੱਕ ਡਿਊਟੀ, ਇੱਕ ਟਾਈਮ, ਇੱਕ ਫੋਰਮ ਹੋ ਗਿਆ, ਇੱਕ ਆਪਾਂ ਕਹਿ ਸਕਦੇ ਕਿ ਕੋਈ ਪ੍ਰੈਕਟੀਕਲ ਐਕਟੀਵਿਟੀ, ਜੋ ਕੁਛ ਵੀ ਹੈ ਉਹ ਸਾਰਾ ਕੁਛ ਪ੍ਰੋਪਰਲੀ ਔਰਗਨਾਈਜ਼ ਤੁਸੀਂ ਕਰੋਗੇ। ਆਫਟਰ ਦੈਟ ਕੰਟਰੋਲਿੰਗ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਕਲਾਸ ਦੇ ਵਿੱਚ ਟੈਸਟ ਲੈ ਰਹੇ ਹੋ ਤਾਂ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਬੱਚੇ ਦਾ ਧਿਆਨ ਆਪਾਂ ਰੱਖ ਸਕੀਏ ਔਰ
ਆਪਾਂ ਨੂੰ ਪ੍ਰੋਪਰ ਇੱਕ ਸਹੀ ਰਿਜ਼ਲਟ ਮਿਲ ਸਕੇ। ਉਸ ਤੋਂ ਬਾਅਦ ਤੁਸੀਂ ਕੀ ਕਰੋਗੇ, ਇਵੈਲੂਏਟ ਕਰੋਗੇ, ਇਵੈਲੂਏਸ਼ਨ ਤੁਹਾਨੂੰ ਕਲੀਅਰ ਹੋਏਗਾ। ਠੀਕ ਹੈ, ਇਹ ਸਟੈਪ ਸੀਗੇ ਅਕੋਰਡਿੰਗ ਟੂ ਡਾਕਟਰ I.K. ਡੇਵਿਸ। ਠੀਕ ਹੈ, ਕਿ ਕੀ ਤੁਸੀਂ ਇਵੈਲੂਏਟ ਕਰਨਾ ਹੈ, ਟਾਈਮ ਟੈਸਟ ਸਭ ਕੁਝ ਤੁਸੀਂ ਆਰਗੇਨਾਈਜ਼ ਕਰੋਗੇ। ਠੀਕ ਹੈ, ਪਲੈਨਿੰਗ ਕਰੋਗੇ, ਉਸ ਤੋਂ ਬਾਅਦ ਕੰਟਰੋਲਿੰਗ ਹੋਏਗੀ ਤੁਹਾਡੀ, ਫਿਰ ਉਸ ਤੋਂ ਬਾਅਦ ਇਵੈਲੂਏਟ ਕਰੋਗੇ। ਪਲੈਨਿੰਗ ਹੋਏਗੀ ਕਿ ਹੁਣ ਤੁਸੀਂ ਜਿਹੜੀ ਚੀਜ਼ ਇਵੈਲੂਏਟ ਕਰਨੀ ਹੈ ਪਹਿਲਾਂ ਉਸਨੂੰ ਸਿਖਾਓਗੇ, ਕਿੱਦਾਂ ਸਿਖਾਓਗੇ, ਆਰਗੇਨਾਈਜ਼ ਕਰੋਗੇ ਪ੍ਰੋਪਰਲੀ ਸਾਰਾ ਕੁਝ। ਠੀਕ ਹੈ, ਉਮੀਦ ਹੈ ਚੀਜ਼ ਕਲੀਅਰ ਹੋਊਗੀ ਤੁਹਾਨੂੰ। ਠੀਕ ਹੈ, ਨੈਕਸਟ ਅਗਰ ਆਪਾਂ ਚੱਲੀਏ, ਹਾਂਜੀ ਤਾਂ ਚਲੋ ਠੀਕ ਹੈ, ਫਿਰ ਇੱਥੇ ਤੱਕ ਹੀ ਸੀਗਾ ਆਪਣਾ। ਇੱਕ ਵਾਰੀ ਆਪਾਂ ਰਿਵਾਈਜ਼ ਕਰ ਲੈਂਦੇ ਕਿ ਅੱਜ ਆਪਾਂ ਕੀ ਸਟੱਡੀ ਕੀਤਾ। ਅੱਜ ਆਪਾਂ ਸਟੱਡੀ ਕੀਤਾ ਰਿਮੈਡੀਅਲ ਟੀਚਿੰਗ ਨੂੰ। ਠੀਕ ਹੈ, ਰਿਮੈਡੀਅਲ ਟੀਚਿੰਗ ਕੀ ਹੈ, ਆਫਟਰ ਦੈਟ ਉਸਦੀ ਜ਼ਰੂਰਤ ਕਿਉਂ ਪੈਂਦੀ ਹੈ। ਉਸ ਤੋਂ ਬਾਅਦ ਆਪਾਂ ਡਿਸਕਸ ਕੀਤਾ ਕਿ ਕਿਹੜੇ ਏਮ ਨੇ ਰਿਮੈਡੀਅਲ ਟੀਚਿੰਗ ਦੇ, ਔਰ ਉਸ ਤੋਂ ਬਾਅਦ ਆਪਾਂ ਡਿਸਕਸ ਕੀਤਾ ਕਿ ਕਿਹੜੇ ਸਟੈਪ ਨੇ ਜੋ ਰਿਮੈਡੀਅਲ ਟੀਚਿੰਗ ਦੇ ਹੋਣੇ ਚਾਹੀਦੇ ਨੇ। ਠੀਕ ਹੈ ਜੀ, ਤਾਂ ਇਹ ਚੀਜ਼ਾਂ ਆਪਾਂ ਡਿਸਕਸ ਕੀਤੀਆਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਪ੍ਰਿੰਸੀਪਲਸ ਹੋ ਗਏ, ਠੀਕ, ਐਰਰ, ਇਹ ਸਭ ਕੁਝ ਆਪਾਂ ਡਿਸਕਸ ਕਰਾਂਗੇ ਰਿਮੈਡੀਅਲ ਟੀਚਿੰਗ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਕੀ ਕਰਨਾ, ਤੁਸੀਂ ਲਾਈਕ ਕਰ ਦੇਣਾ ਵੀਡੀਓ ਨੂੰ। ਠੀਕ ਹੈ, ਸ਼ੇਅਰ ਕਰ ਦੇਣਾ, ਔਰ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਫਸਟ ਟਾਈਮ ਆਏ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ। ਠੀਕ ਹੈ ਜੀ, ਬਹੁਤ ਜ਼ਿਆਦਾ ਹੈਲਪਫੁਲ ਹੋਏਗਾ ਤੁਹਾਡੇ ਲਈ। ਕਲੀਅਰ, ਤਾਂ ਉਮੀਦ ਹੈ ਇਹ ਵੀਡੀਓ ਤੁਹਾਨੂੰ ਪਸੰਦ ਆਇਆ ਹੋਏਗਾ, ਸਮਝ ਆਇਆ ਹੋਏਗਾ, ਤਾਂ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ। ਠੀਕ ਹੈ ਜੀ, ਔਰ ਅਗਰ ਗੱਲ ਕੀਤੀ ਜਾਵੇ ਤਾਂ ਬਿਲਕੁਲ ਜੋ ਸ਼ਡਿਊਲ ਹੈ ਤੁਹਾਨੂੰ ਮੈਂ CDP ਦੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਆਪਾਂ ਕੋਸ਼ਿਸ਼ ਕਰਾਂਗੇ ਕਿ ਇੱਕ ਦਿਨ ਦੇ ਵਿੱਚ ਤੁਹਾਡੇ ਜੋ ਟੈਟ ਦੇ ਜੋ 2 ਵੀਡੀਓਜ਼ ਨੇ ਤੁਹਾਡੇ ਲਈ ਅਪਲੋਡ ਕਰ ਦਿੱਤੀਆਂ ਜਾਣ। ਜਿਵੇਂ ਕਿ ਅੱਜ ਮੈਂ ਤੁਹਾਡੇ ਲਈ ਇੰਗਲਿਸ਼ ਔਰ ਸਾਈਕੋਲੋਜੀ ਦੀ ਵੀਡੀਓ ਹੈ ਅਪਲੋਡ ਕੀਤੀ ਹੈ। ਠੀਕ ਹੈ, ਆਫਟਰ ਦੈਟ ਅਗਰ ਆਪਾਂ ਗੱਲ ਕਰੀਏ ਤਾਂ ਨੈਕਸਟ ਡੇ ਕੀ ਹੋਏਗਾ, ਮੈਥ ਪਲੱਸ ਪੰਜਾਬੀ। ਤਾਂ ਇਸੇ ਤਰੀਕੇ ਨਾਲ ਰੈਗੂਲਰਲੀ ਤੁਹਾਡਾ ਚੱਲਦਾ ਰਹੇਗਾ। ਉਸ ਤੋਂ ਬਾਅਦ ਫਿਰ ਇੰਗਲਿਸ਼ ਔਰ ਸਾਈਕੋਲੋਜੀ, ਫਿਰ ਮੈਥ ਔਰ ਪੰਜਾਬੀ, ਕਿਉਂਕਿ ਸ਼ਾਰਟੇਜ ਆਫ ਟਾਈਮ ਹੋਣ ਕਰਕੇ ਮੈਂ ਵੀ ਜੋ ਥੋੜ੍ਹਾ ਜਿਹਾ ਇੰਨਾ ਹੀ ਕਰ ਸਕਦੀ ਹਾਂ, ਬਟ ਕੋਸ਼ਿਸ਼ ਕਰ ਰਹੀ ਹਾਂ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਲਈ ਕਰ ਸਕਾਂ। ਔਰ ਕੋਸ਼ਿਸ਼ ਕਰਾਂਗੇ ਲਾਈਵ ਕਲਾਸਿਸ ਲਗਾਉਣ ਦੀ, ਤਾਂ ਜ਼ਰੂਰ ਜਿੰਨੀ ਜਲਦੀ ਹੋ ਸਕਿਆ ਤੁਹਾਡੇ ਲਾਈਵ ਕਲਾਸਿਸ ਵੀ ਆਪਾਂ ਸਟਾਰਟ ਕਰਾਂਗੇ। ਕੁਐਸਚਨਸ MCQs ਆਪਾਂ ਕਰਾਂਗੇ ਜਦੋਂ ਆਪਣਾ ਸਿਲੇਬਸ ਕੰਪਲੀਟ ਹੋ ਗਿਆ। ਫਿਰ ਆਪਾਂ ਬਹੁਤ ਸਾਰੇ ਜੋ MCQs ਨੇ ਤੁਹਾਡੇ ਲਈ ਮੈਂ ਤਿਆਰ ਕਰ ਰਹੀ ਹਾਂ, ਤਾਂ ਉਹਨਾਂ ਸਾਰਿਆਂ ਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ ਵੀ ਕਰਾਂਗੇ। ਠੀਕ ਹੈ ਜੀ, ਤਾਂ ਜ਼ਰੂਰ ਫਿਰ ਚਲਦੇ ਹਾਂ, ਫਿਰ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਹਾਂ। ਠੀਕ ਹੈ ਜੀ, ਔਰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਟੇਕ ਕੇਅਰ, ਥੈਂਕ ਯੂ।